ਫਰੀਦਕੋਟ ਤੋਂ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਕੁਸ਼ਲਦੀਪ ਸਿੰਘ ਢਿੱਲੋਂ ਨੇ ਕੀਤੀ ਵਰਕਰਾਂ ਤੇ ਅਹੁਦੇਦਾਰਾਂ ਨਾਲ ਖਾਸ ਮੀਟਿੰਗ। ਉਹਨਾਂ ਕਿਹਾ ਕਿ ਮੈਂ ਹਾਰ ਦਾ ਖੁਦ ਨੂੰ ਜ਼ਿੰਮੇਵਾਰ ਮੰਨਦਾ ਹਾਂ। ਸ਼ਾਇਦ ਮੇਰੇ ਕੀਤੇ ਵਿਕਾਸ ਦੇ ਕੰਮ ਲੋਕਾਂ ਨੂੰ ਨਾ ਪਸੰਦ ਆਏ ਹੋਣ। ਫਰੀਦਕੋਟ ਹਲਕੇ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਹਾਰ ਕਬੂਲਦਿਆਂ ਕਿਹਾ ਕਿ ਮੇਰੇ ਵੱਲੋਂ ਕੀਤੇ ਗਏ ਰਿਕਾਰਡ ਤੋੜ ਵਿਕਾਸ ਕਾਰਜ ਲੋਕਾਂ ਨੂੰ ਪਸੰਦ ਨਹੀਂ ਆਏ। ਉਹਨਾਂ ਨੇ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਜਿੱਤ ਹਾਸਲ ਕਰਨ ਲਈ ਦਿਨ ਰਾਤ ਮਿਹਨਤ ਕੀਤੀ, ਪਰ ਮੇਰੇ ਖੁਦ ਵਿੱਚ ਹੀ ਕੋਈ ਕਮੀ ਹੋਵੇਗੀ ਜਿਸ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਅੱਜ ਇੱਥੇ ਤਾਜ ਪੈਲਸ ਵਿੱਚ ਕਾਂਗਰਸ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਸਾਰੇ ਹੀ ਵਰਕਰਾਂ ਅਤੇ ਸਮਰਥਕਾਂ ਨੇ ਦਿਨ ਰਾਤ ਮਿਹਨਤ ਕੀਤੀ, ਜਿਸ ਦਾ ਮੈਂ ਅਹਿਸਾਨਮੰਦ ਹਾਂ। ਉਹਨਾਂ ਕਿਹਾ ਕਿ ਮੈਂ ਇਸ ਹਾਰ ਦੀ ਜ਼ਿੰਮੇਵਾਰੀ ਖੁਦ ਕਬੂਲਦਾ ਹਾਂ। ਮੇਰੇ ਵਿੱਚ ਕੋਈ ਕਮੀਆਂ ਰਹੀਆਂ ਹੋਣਗੀਆਂ ਜਿਸ ਕਰਕੇ ਲੋਕਾਂ ਨੇ ਸਾਥ ਨਹੀਂ ਦਿੱਤਾ। ਕਿੱਕੀ ਢਿੱਲੋਂ ਨੇ ਕਿਹਾ ਕਿ ਮੇਰੀ ਕੋਸ਼ਿਸ਼ ਸੀ ਕਿ ਮੇਰੇ ਹਲਕੇ ਵਿੱਚ ਜਿਹੜੇ ਕੰਮ ਪਿਛਲੇ 50 ਸਾਲਾਂ ਵਿੱਚ ਨਹੀਂ ਹੋਏ ਉਹ ਕੰਮ ਮੁਕੰਮਲ ਕੀਤੇ ਜਾਣ। ਇਸ ਲਈ ਪਿਛਲੇ 5 ਸਾਲਾਂ ਵਿੱਚ ਸਾਰੇ ਕੰਮ ਮੁਕੰਮਲ ਕੀਤੇ ਗਏ। ਜਿੰਨਾ ਪੈਸਾ ਫਰੀਦਕੋਟ ਹਲਕੇ ਦੇ ਵਿੱਚ ਖਰਚ ਕੀਤਾ ਗਿਆ ਉਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਮੈਂ ਜਿਹੜੇ ਵੀ ਕੰਮ ਫਰੀਦਕੋਟ ਹਲਕੇ ਵਿੱਚ ਕੀਤੇ ਉਹ ਹਰੇਕ ਨਾਗਰਿਕ ਦੇ ਫਾਇਦੇ ਲਈ ਕੀਤੇ ਗਏ ਹਨ। ਉਹਨਾਂ ਕਿਹਾ ਕਿ ਮੈਂ ਸੋਚਾਂਗਾ ਕਿ ਕੀ ਕਮੀਆਂ ਰਹੀਆਂ ਹੋਣਗੀਆਂ। ਹੋ ਸਕਦਾ ਹੈ ਕਿ ਹਲਕੇ ਦੇ ਲੋਕ ਵਿਕਾਸ ਕਾਰਜ ਨਾ ਚਾਹੁੰਦੇ ਹੋਣ ਅਤੇ ਉਹ ਕੁਝ ਹੋਰ ਚਾਹੁੰਦੇ ਹੋਣ ਜੋ ਮੈਂ ਨਹੀਂ ਕਰ ਸਕਿਆ। ਉਹਨਾਂ ਕਿਹਾ ਕਿ ਮੈਂ ਕਿਸੇ ਨੂੰ ਵੀ ਆਪਣੀ ਹਾਰ ਦਾ ਜ਼ਿੰਮੇਵਾਰ ਨਹੀਂ ਠਹਿਰਾਉਂਦਾ। ਅੱਗੇ ਤੋਂ ਕੋਸ਼ਿਸ਼ ਕਰਾਂਗਾ ਕਿ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਪੂਰਾ ਉਤਰਾਂਗਾ। ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਮੇਰੇ ਪਰਿਵਾਰ ਨੇ ਇਹੀ ਕੋਸ਼ਿਸ਼ ਕੀਤੀ ਕਿ ਹਰ ਇੱਕ ਦਾ ਫਾਇਦਾ ਕਰ ਸਕੀਏ। ਅੱਗੇ ਤੋਂ ਇਹੀ ਸੋਚ ਲੈ ਕੇ ਲੋਕਾਂ ਦੀ ਸੇਵਾ ਕਰਾਂਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਹੋਰ ਕੀ ਕਿਹਾ, ਵੇਖੋ ਫਰੀਦਕੋਟ ਤੋਂ ਜਗਦੀਸ਼ ਬਾਂਬਾ ਦੀ ਇਹ ਰਿਪੋਰਟ। ਸਾਰੇ ਸਤਿਕਾਰਯੋਗ ਮੇਰੇ ਬਜ਼ੁਰਗ ਨੌਜਵਾਨ ਭਰਾ, ਮੇਰੀਆਂ ਮਾਵਾਂ ਭੈਣਾਂ, ਕਾਂਗਰਸ ਪਾਰਟੀ ਦੇ ਸਤਿਕਾਰਯੋਗ ਸਾਰੇ ਲੀਡਰ ਸਾਹਿਬਾਨ, ਸਾਰੇ ਸਤਿਕਾਰਯੋਗ ਵਰਕਰ ਸਾਹਿਬਾਨ, ਸਾਰੇ ਹੀ ਸਤਿਕਾਰਯੋਗ ਅਹੁਦੇਦਾਰ ਸਾਹਿਬਾਨ, ਅੱਜ ਮੈਂ ਸਾਰੀ ਸਤਿਕਾਰਯੋਗ ਵਰਕਰਾਂ ਦਾ, ਲੀਡਰਾਂ ਦਾ, ਸੰਗਤ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੇਰੀ ਅਤੇ ਕਾਂਗਰਸ ਪਾਰਟੀ ਦੀ ਇਹਨਾਂ ਇਲੈਕਸ਼ਨਾਂ ਵਿੱਚ ਮਦਦ ਕੀਤੀ। ਤੁਸੀਂ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ, ਤੁਸੀਂ ਹਿੰਮਤ ਕੀਤੀ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਮੈਂ ਇਸ ਹਾਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਕਿਸੇ ਹੋਰ ਤੇ ਨਹੀਂ ਦੇਣਾ ਚਾਹੁੰਦਾ। ਮੈਂ ਸਮਝਦਾ ਕਿ ਮੈਂ ਹਾਰਿਆ ਤੇ ਮੇਰੇ 'ਚ ਕਮੀਆਂ ਰਹੀਆਂ ਹੋਣਗੀਆਂ ਜਿਨ੍ਹਾਂ ਕਰਕੇ ਮੈਂ ਹਾਰਿਆ। ਮੈਂ ਜੋ ਸੋਚਦਾ ਸੀ ਕਿ ਮੇਰਾ ਫਰਜ਼ ਬਣਦਾ ਹੈ ਉਹ ਮੈਂ ਪਿਛਲੇ 5 ਸਾਲਾਂ 'ਚ ਕਰਨ ਦਾ ਕੋਸ਼ਿਸ਼ ਕੀਤੀ। ਇੱਕ MLA ਹੋਣ ਦੇ ਬਾਵਜੂਦ ਮੇਰੀ ਕੋਸ਼ਿਸ਼ ਸੀ ਕਿ ਮੇਰੇ ਫਰੀਦਕੋਟ ਹਲਕੇ ਵਿੱਚ ਵੱਧ ਤੋਂ ਵੱਧ ਵਿਕਾਸ ਹੋਵੇ। ਜਿਹੜੇ ਪਿਛਲੇ 50 ਸਾਲਾਂ 'ਚ ਕੰਮ ਨਹੀਂ ਹੋਏ ਸੀ ਉਹ ਕੰਮ ਹੋ ਸਕਣ। ਪਰ ਮੈਨੂੰ ਇਹ ਖੁਸ਼ੀ ਸੀ ਕਿ ਮੈਂ ਉਹ ਸਾਰੇ ਕੰਮ ਨੇਪਰੇ ਚੜਾਏ, ਉਹ ਸਾਰੇ ਕੰਮ ਕੀਤੇ। 5 ਸਾਲਾਂ 'ਚ ਜਿੰਨੇ ਪੈਸੇ ਫਰੀਦਕੋਟ ਹਲਕੇ ਵਿੱਚ ਵਿਕਾਸ ਵਾਸਤੇ ਆਏ ਹੈ ਉਹ ਵੀ ਇੱਕ ਮਿਸਾਲ ਹੈ। ਪਰ ਹੋ ਸਕਦਾ ਮੈਂ ਗਲਤ ਹੋਵਾਂ, ਲੋਕਾਂ ਨੂੰ ਮੇਰੇ ਕੀਤੇ ਹੋਏ ਕੰਮ ਪਸੰਦ ਨਾ ਆਏ ਹੋਣ, ਹੋ ਸਕਦਾ ਮੇਰੇ ਕੰਮਾਂ ਵਿੱਚ ਕਮੀ ਹੋਵੇ। ਸੋ ਇਸ ਹਾਰ ਦੀ ਜਿਹੜੀ ਜ਼ਿੰਮੇਵਾਰੀ ਹੈ ਮੈਂ ਪੂਰੀ ਕਬੂਲਦਾ ਤੇ ਮੈਂ ਧੰਨਵਾਦੀ ਹਾਂ ਸਾਰੀ ਸੰਗਤ ਦਾ ਤੇ ਖਾਸ ਕਰਕੇ ਮੇਰੇ ਲੀਡਰ ਸਾਹਿਬਾਨ ਤੇ ਵਰਕਰ ਸਾਹਿਬਾਨਾਂ ਦਾ ਜਿਨ੍ਹਾਂ ਨੇ ਮੇਰੇ 'ਚ ਵਿਸ਼ਵਾਸ ਰੱਖਿਆ, ਪਾਰਟੀ ਵਿੱਚ ਵਿਸ਼ਵਾਸ ਰੱਖਿਆ ਤੇ ਮੇਰੀ ਮਦਦ ਕੀਤੀ। ਉਹਨਾਂ ਸਾਰਿਆਂ ਦਾ ਧੰਨਵਾਦ। ਹਮੇਸ਼ਾ ਵਾਸਤੇ ਹਰੇਕ ਦੀ ਖੁਸ਼ੀ ਗਮੀ ਵਿੱਚ, ਹਰੇਕ ਦੇ ਦੁੱਖ ਸੁੱਖ ਵਿੱਚ ਮੈਂ ਹਮੇਸ਼ਾ ਵਾਸਤੇ ਤੁਹਾਡੇ ਨਾਲ ਹਾਜ਼ਰ ਹਾਂ, ਕਿਉਂਕਿ ਜਿਹੜਾ ਮੇਰਾ ਰਿਸ਼ਤਾ ਹੈ ਉਹ ਪਾਰਟੀ ਤੋਂ ਵੀ ਉੱਪਰ ਉੱਠ ਕੇ ਫਰੀਦਕੋਟ ਦੀ ਸੰਗਤ ਨਾਲ ਇੱਕ ਜਾਤੀ ਰਿਸ਼ਤਾ ਹੈ, ਇੱਕ ਪਰਿਵਾਰਕ ਰਿਸ਼ਤਾ ਹੈ ਤੇ ਉਹ ਹਮੇਸ਼ਾ ਹੀ ਕਾਇਮ ਰਹੇਗਾ। ਇਲੈਕਸ਼ਨਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਭਾਈ
ਜਿਹੜੇ ਕੰਮ ਮੈਂ ਫਰੀਦਕੋਟ ਇਲਾਕੇ ਪਿੰਡਾਂ ਵਿੱਚ ਤੇ ਸ਼ਹਿਰ ਵਿੱਚ ਕੀਤੇ ਹੈ, ਉਹ ਕੰਮ ਹਰੇਕ ਨਾਗਰਿਕ ਦੇ ਫਾਇਦੇ ਵਾਸਤੇ, ਹਰੇਕ ਘਰ ਤੇ ਹਰੇਕ ਪਰਿਵਾਰ ਦੇ ਫਾਇਦੇ ਵਾਸਤੇ ਕੀਤੇ ਸੀ, ਤਾਂ ਕਿ ਫਰੀਦਕੋਟ ਇਲਾਕੇ ਦੇ ਲੋਕਾਂ ਨੂੰ, ਸ਼ਹਿਰ ਦੇ ਲੋਕਾਂ ਨੂੰ, ਪਿੰਡਾਂ ਦੇ ਲੋਕਾਂ ਨੂੰ ਸੁੱਖ ਹੋ ਸਕੇ ਤੇ ਉਹ ਵੱਡੇ ਕੰਮ ਜਿਹੜੇ ਬੜੀ ਦੇਰ ਤੋਂ ਲੰਮਕਦੇ ਸੀ ਉਹ ਸਿਰੇ ਲੱਗ ਸਕਣ। ਪਰ ਜ਼ਰੂਰ ਮੈਂ ਸੋਚਾਂਗਾ ਕਿ ਕਿੱਥੇ ਕਮੀਆਂ ਰਹਿ ਗਈਆਂ। ਹੋ ਸਕਦਾ ਹੈ ਸੰਗਤ ਕੰਮ ਨਾ ਚਾਹੁੰਦੀ ਹੋਈ, ਹੋਰ ਕੁਝ ਚਾਹੁੰਦੀ ਸੀਗੀ ਜਿਹੜਾ ਮੇਰੇ ਤੋਂ ਪਛਾਣ ਨਹੀਂ ਹੋਇਆ ਜਾਂ ਮੈਂ ਸਮਝ ਨਹੀਂ ਸਕਿਆ। ਸੋ ਮੈਂ ਇਸ ਗੱਲ ਦੀ ਤੁਹਾਡੇ ਸਾਰਿਆਂ ਤੋਂ ਮਾਫੀ ਵੀ ਮੰਗਦਾ ਤੇ ਇਸ ਹਾਰ ਦੀ ਪੂਰੀ ਜ਼ਿੰਮੇਵਾਰੀ ਮੈਂ ਆਪਦੇ ਸਿਰ ਲੈਣਾ, ਕਿਉਂਕਿ ਮੈਂ ਹਾਰਿਆ। ਕਮਜ਼ੋਰ ਬੰਦਿਆਂ ਦੀਆਂ ਗੱਲਾਂ ਹੁੰਦੀਆਂ ਕਿ ਆਪਦੀ ਹਾਰ ਦੇ ਜ਼ਿੰਮੇਵਾਰ ਹੋਰ ਕਿਸੇ ਨੂੰ ਠਹਿਰਾਉਣ। ਮੈਂ ਕਿਸੇ ਨੂੰ ਆਪਦੀ ਹਾਰ ਦਾ ਜ਼ਿੰਮੇਵਾਰ ਨਹੀਂ ਠਹਿਰਾਉਂਦਾ, ਕਿਉਂਕਿ ਮੈਂ ਤਨਦੇਹੀ ਨਾਲ ਹਿੰਮਤ ਕਰਕੇ 5 ਸਾਲ ਕੰਮ ਕੀਤੇ ਹੈ ਤੇ ਮੈਂ ਸਮਝਦਾ ਹੋ ਸਕਦਾ ਮੇਰੇ ਕੰਮ ਲੋਕਾਂ ਨੂੰ ਪਸੰਦ ਨਾ ਆਏ ਹੋਣ। ਸੋ ਇਸ ਗੱਲ ਦੀ ਮੈਂ ਸਾਰੇ ਤੋਂ ਮਾਫੀ ਮੰਗਦਾ, ਸਾਰੇ ਵਰਕਰਾਂ ਦਾ, ਲੀਡਰਾਂ ਦਾ ਧੰਨਵਾਦ ਕਰਦਾ ਤੇ ਹਮੇਸ਼ਾ ਫਰੀਦਕੋਟ ਦੀ ਸੇਵਾ ਵਾਸਤੇ ਮੈਂ ਤੇ ਮੇਰਾ ਪਰਿਵਾਰ ਹਮੇਸ਼ਾ ਹਾਜ਼ਰ ਹੈ। ਤੇ ਇੱਕ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਹੁਣ ਤੱਕ ਮੇਰੇ ਪਰਿਵਾਰ ਨੇ ਤੇ ਮੈਂ ਹਮੇਸ਼ਾ ਹੀ ਜਿੰਨੇ ਜੋਗੇ ਸੀਗੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਹਰੇਕ ਦਾ ਸਵਾਰ ਸਕੀਏ, ਜਿੱਥੇ ਵੀ ਕਰ ਸਕੀਏ ਹਰੇਕ ਦਾ ਫਾਇਦਾ ਕਰ ਸਕੀਏ, ਤੇ ਉਹੀ ਸੋਚ ਲੈ ਕੇ ਮੈਂ ਅੱਗੇ ਚੱਲਾਂਗਾ। ਆਖਿਰ ਵਿੱਚ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਮੈਂ ਮਾੜੀ ਰਾਜਨੀਤੀ ਤੋਂ ਦੂਰ ਰਿਹਾ। ਮੈਂ ਕਦੀ ਆਪਦੀ ਇਲੈਕਸ਼ਨ ਵਿੱਚ ਵੀ ਤੇ ਮੈਂ ਆਪਦੀਆਂ ਸਪੀਚਾਂ ਵਿੱਚ ਵੀ ਕਦੀ ਮੈਂ ਕਿਸੇ ਦਾ ਵਿਰੋਧ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਸੇ ਨੂੰ ਮਾੜਾ ਕਹਿਣ ਦੀ ਕੋਸ਼ਿਸ਼ ਨਹੀਂ ਕੀਤੀ। ਪਿਛਲੇ 50 ਸਾਲਾਂ 'ਚ ਕਿਸੇ ਵਿਰੋਧੀ ਨੂੰ ਵੀ ਮੈਂ ਤੰਗ ਨਹੀਂ ਕੀਤਾ। ਕੋਈ ਸੱਜਣ ਇਹ ਨਹੀਂ ਕਹਿ ਸਕਦਾ ਕਿ ਪਿਛਲੇ 50 ਸਾਲਾਂ 'ਚ ਕਿਸੇ ਵਿਰੋਧੀ ਨੂੰ ਵੀ ਤੰਗ ਕੀਤਾ ਹੋਵੇ। ਸੋ ਮੈਂ ਤਾਂ ਇੱਕ ਪੋਜ਼ਿਟਿਵ ਤੇ ਸਾਰੂ ਸੋਚ ਲੈ ਕੇ 5 ਸਾਲ ਕੰਮ ਕੀਤਾ ਤੇ ਸਾਰੇ ਹਰੇਕ ਨਾਗਰਿਕ ਦਾ ਫਾਇਦਾ ਕਰਨ ਵਾਸਤੇ ਕੰਮ ਕੀਤਾ। ਸੋ ਜਿਹੜੀ ਇਹ ਸੋਚ ਹੈ ਅੱਜ ਵੀ ਉਹੀ ਰੱਖਾਂਗਾ ਤੇ ਅੱਗੇ ਨੂੰ ਵੀ ਉਹੀ ਲੈ ਕੇ ਚੱਲਾਂਗਾ। ਇੰਨਾ ਕਹਿੰਦਾ ਹੋਇਆ ਸਾਰੀ ਸੰਗਤ ਦਾ, ਵਰਕਰ ਸਾਹਿਬਾਨਾਂ ਦਾ, ਲੀਡਰ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।